कि बिजली उत्पादन च ਜਿਹੜਾ ਐਡਾ ਨਿੱਜੀਕਰਨ ਕਰਤਾ ਸਾਰਾ ਤੇ ਸਟੇਟ ਸੈਕਟਰ ਨੂੰ ਤੁਸੀਂ ਮਾਰ ਦਿੱਤਾ। ਉਹਨੇ ਇਹ ਸੰਕਟ ਪੈਦਾ ਕੀਤਾ ਹੈ ਕਿ ਲੋਕਾਂ ਨੂੰ ਪੂਰੀ ਬਿਜਲੀ ਨਹੀਂ ਮਿਲ ਰਹੀ ਤੇ ਮਹਿੰਗੀ ਬਿਜਲੀ ਮਿਲ ਰਹੀ ਹੈ। ਸਟੇਟ ਸੈਕਟਰ ਜਨਰੇਸ਼ਨ ਪੰਜਾਬ ਵਿੱਚ ਇਹਨੂੰ ਰਿਵਾਈਵ ਕਰੀਏ, ਨਿੱਜੀਕਰਨ ਦੀ ਨੀਤੀ ਜਿਹੜੀ ਹੈ ਉਹ 'ਤੇ ਮੋੜਾ ਪਾਈਏ, ਉਹਨੂੰ ਰਿਵਰਸਲ ਕਰੀਏ, ਤਾਂ ਹੀ ਸਾਡੇ ਜਿਹੜੇ ਹੈ ਬਿਜਲੀ ਸੰਕਟ ਦਾ ਹੱਲ ਨਿਕਲ ਸਕਦਾ ਹੈ। ਕਿ ਜਦੋਂ ਇਹ ਪਲਾਂਟ 3 ਪਲਾਂਟ ਸਰਕਾਰ ਨੇ ਸੂਬਾ ਸਰਕਾਰ ਨੇ ਦਿੱਤੇ ਸੀਗੇ, ਉਹ ਤਿੰਨੋਂ ਪਲਾਂਟ ਪ੍ਰਾਈਵੇਟ ਸੈਕਟਰ ਨੂੰ ਨਹੀਂ ਦੇਣੇ ਚਾਹੀਦੇ ਸੀਗੇ। ਉਹਨਾਂ 'ਚੋਂ 2 ਪਲਾਂਟ ਜਿਹੜੇ ਹੈ ਉਹ ਸਟੇਟ ਸੈਕਟਰ 'ਚ ਲੱਗਣੇ ਚਾਹੀਦੇ ਸੀਗੇ। ਉਹ ਇੱਕ ਮੁੱਢਲਾ ਕਾਰਨ ਹੈ, ਪ੍ਰੋਬਲਮ ਹੈ, ਜਿਹਨੇ ਕਿ ਸਾਡੇ ਲੋਕਾਂ ਨੂੰ ਮਹਿੰਗੀ ਬਿਜਲੀ ਤੇ ਪਾਵਰ ਕੱਟ ਸਹਿਣ ਲਈ ਮਜਬੂਰ ਕੀਤਾ ਹੈ। ਇਸ ਵੇਲੇ ਦੇਸ਼ ਦੇ ਵਿੱਚ ਸਭ ਤੋਂ ਭਖਦਾ ਮੁੱਦਾ ਬਿਜਲੀ ਸੰਕਟ ਦਾ ਹੈ ਤੇ ਬਿਜਲੀ ਸੰਕਟ ਤੋਂ ਉਭਾਰਨ ਲਈ ਪੰਜਾਬ ਦੇ ਵਿੱਚ ਕੀ ਉਪਰਾਲੇ ਕੀਤੇ ਜਾ ਸਕਦੇ, ਇਸੇ ਬਾਰੇ ਗੱਲ ਕਰਦੇ। ਸਾਡੇ ਨਾਲ ਹੈਗੇ PSPCL ਦੇ ਸਾਬਕਾ ਜਿਹੜੇ ਇੰਜੀਨੀਅਰ, ਉਹਨਾਂ ਨਾਲ ਗੱਲ ਕਰਦੇ। ਭੁਪਿੰਦਰ ਸਿੰਘ, ਭੁਪਿੰਦਰ ਜੀ, ਸਭ ਤੋਂ ਪਹਿਲਾਂ ਸਵਾਗਤ ਹੈ ਦੈਨਿਕ ਸਵੇਰਾ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਜੀ। ਭੁਪਿੰਦਰ ਜੀ, ਦੇਸ਼ ਭਰ ਦੇ ਵਿੱਚ ਜਿਹੜਾ ਸੰਕਟ ਇਸ ਵੇਲੇ ਪਿਆ ਹੋਇਆ ਬਿਜਲੀ ਦਾ ਪਿਆ ਹੋਇਆ, ਪੰਜਾਬ ਵੀ ਉਸ ਤੋਂ ਛੂਤਾ ਨਹੀਂ ਹੈ। ਇਸ ਸੰਕਟ ਤੋਂ ਕਿਵੇਂ ਅਸੀਂ ਪਾਰ ਪਾ ਸਕਦੇ ਹਾਂ? ਕੀ ਸੁਝਾਅ ਤੁਹਾਡੇ ਕੋਲ ਹੈਗੇ ਹੈ? ਕਿ ਕਿਉਂਕਿ ਇੱਕ ਫੋਰਮ ਤੁਸੀਂ ਜਿਹੜਾ ਚਲਾ ਰਹੇ ਹੋ, ਕੀ ਸੁਝਾਅ ਤੁਸੀਂ ਲੈ? ਦੇਖੋ, ਸਾਡੇ ਸੁਝਾਅ ਇਹ ਹੈ ਕਿ ਸਭ ਤੋਂ ਪਹਿਲੇ ਅਸੀਂ ਇਹ ਨੁਕਸ ਲੱਭੀਏ ਕਿ ਕੀ ਨੀਤੀਆਂ 'ਚ ਨੁਕਸ ਹੋਏ, ਕਿੱਥੇ ਆਪਾਂ ਗਲਤੀ ਕੀਤੀ ਹੈ, ਤੇ ਤਾਂ ਕਿ ਉਹ ਜੇ ਸਹੀ ਨੁਕਸ ਲੱਭਾਂਗੇ ਤਾਂ ਉਹ 'ਤੇ ਜਿਹੜੇ ਆਪਾਂ ਸਟੈਪਸ ਲਵਾਂਗੇ ਤਾਂ ਹੀ ਸੁਧਾਰ ਹੋਣਗੇ। ਜੇ ਆਪਾਂ ਉਹਦਾ ਜਿਹੜਾ ਐਨਾਲਿਸਿਸ ਗਲਤ ਕਰ ਲਿਆ ਤੇ ਐਕਸ਼ਨ ਵੀ ਉਹੋ ਜਿਹਾ ਲਵਾਂਗੇ ਤੇ ਜੋ ਆਪਾਂ ਸੁਧਾਰ ਚਾਹੁੰਦੇ ਉਹ ਨਹੀਂ ਹੋਣਗੇ, ਨਵੀਆਂ ਪ੍ਰੋਬਲਮ ਖੜੀਆਂ ਹੋ ਜਾਣਗੀਆਂ। ਸੋ ਸਾਡੇ ਜਿਹੜਾ ਅੱਜ ਪ੍ਰੈਸ ਕਾਨਫਰੰਸ ਵੀ ਕੀਤੀ, ਉਹਦੇ ਵਿੱਚ ਇਹੀ ਮੁੱਦਾ ਅਸੀਂ ਪਬਲਿਕ ਡੋਮੇਨ ਜਾਂ ਸਰਕਾਰ ਨੂੰ ਕਹਿਣਾ ਚਾਹੁੰਦੇ ਹਾਂ ਕਿ ਬਿਜਲੀ ਉਤਪਾਦਨ 'ਚ ਜਿਹੜਾ ਐਡਾ ਨਿੱਜੀਕਰਨ ਕਰਤਾ ਸਾਰਾ ਤੇ ਸਟੇਟ ਸੈਕਟਰ ਨੂੰ ਤੁਸੀਂ ਮਾਰ ਦਿੱਤਾ, ਉਹਨੇ ਇਹ ਸੰਕਟ ਪੈਦਾ ਕੀਤਾ ਹੈ ਕਿ ਲੋਕਾਂ ਨੂੰ ਪੂਰੀ ਬਿਜਲੀ ਨਹੀਂ ਮਿਲ ਰਹੀ ਤੇ ਮਹਿੰਗੀ ਬਿਜਲੀ ਮਿਲ ਰਹੀ ਹੈ। ਇਸ ਲਈ ਸਟੇਟ ਸੈਕਟਰ ਜਨਰੇਸ਼ਨ ਪੰਜਾਬ ਵਿੱਚ ਇਹਨੂੰ ਰਿਵਾਈਵ ਕਰੀਏ, ਨਿੱਜੀਕਰਨ ਦੀ ਨੀਤੀ ਜਿਹੜੀ ਹੈ ਉਹ 'ਤੇ ਮੋੜਾ ਪਾਈਏ, ਉਹਨੂੰ ਰਿਵਰਸਲ ਕਰੀਏ, ਤਾਂ ਹੀ ਸਾਡੇ ਜਿਹੜੇ ਹੈ ਬਿਜਲੀ ਸੰਕਟ ਦਾ ਹੱਲ ਨਿਕਲ ਸਕਦਾ ਜੀ। ਜਿਹੜਾ ਹੁਣ ਸੰਕਟ ਪਿਆ ਇਹਦੇ ਪਿੱਛੇ ਕੀ ਕਾਰਨ ਤੁਸੀਂ ਮੰਨਦੇ ਹੋ ਸਰ? ਇਹਦੇ ਵਿੱਚ ਮੁੱਢਲਾ ਕਾਰਨ ਹੈ ਕਿ ਜਦੋਂ ਇਹ 3 ਪਲਾਂਟ ਸਰਕਾਰ ਨੇ ਸੂਬਾ ਸਰਕਾਰ ਨੇ ਦਿੱਤੇ ਸੀਗੇ, ਉਹ ਤਿੰਨੋਂ ਪਲਾਂਟ ਪ੍ਰਾਈਵੇਟ ਸੈਕਟਰ ਨੂੰ ਨਹੀਂ ਦੇਣੇ ਚਾਹੀਦੇ ਸੀਗੇ। ਉਹਨਾਂ 'ਚੋਂ 2 ਪਲਾਂਟ ਜਿਹੜੇ ਹੈ ਉਹ ਸਟੇਟ ਸੈਕਟਰ 'ਚ ਲੱਗਣੇ ਚਾਹੀਦੇ ਸੀਗੇ। ਉਹ ਇੱਕ ਮੁੱਢਲਾ ਕਾਰਨ ਹੈ, ਪ੍ਰੋਬਲਮ ਹੈ, ਜਿਹਨੇ ਕਿ ਸਾਡੇ ਲੋਕਾਂ ਨੂੰ ਮਹਿੰਗੀ ਬਿਜਲੀ ਤੇ ਪਾਵਰ ਕੱਟ ਸਹਿਣ ਲਈ ਮਜਬੂਰ ਕੀਤਾ। ਇਹ ਨੀਤੀ 'ਚ ਸਾਨੂੰ ਸੁਧਾਰ ਕਰਨਾ ਚਾਹੀਦਾ। ਹੁਣ ਸੁਧਾਰ ਕਰੀਏ ਤੇ ਸਾਡਾ ਪਛਵਾੜਾ ਕੋਲ ਬਾਈਨ ਦਾ ਵਧੀਆ ਕੋਲਾ ਵੀ ਇਸਤੇਮਾਲ ਹੋ ਜਾਏਗਾ, ਸਾਡੀ ਮੈਨ ਪਾਵਰ ਵੀ ਇਸਤੇਮਾਲ ਹੋਏਗੀ, ਔਰ ਜਿਹੜੇ ਸਾਡੇ ਵੇਰੀਏਬਲ ਤੇ ਫਿਕਸ ਚਾਰਜ ਜਿਹੜੇ ਹੈ ਉਹ ਤੋਂ ਵੀ ਸਾਨੂੰ ਫਾਇਦਾ ਮਿਲੇਗਾ। ਸੋ ਗੱਲ ਕੀਤੀ ਜਾਂਦੀ ਹੈ ਵੀ ਇਹਨੂੰ ਹੁਣ ਕਿੱਦਾਂ ਸੁਧਾਰ ਕਰੀਏ, ਵੀ ਉਹ ਪੈਸਾ ਕਿੱਥੋਂ ਆਏਗਾ, ਤੇ ਪ੍ਰਾਈਵੇਟ ਕੰਪਨੀਆਂ ਤਾਂ ਬਹੁਤ ਰੇਟ ਮੰਗ ਰਹੀਆਂ ਨੇ ਵੱਧ। ਉਹ ਜੋ ਮਰਜ਼ੀ ਮੰਗਣ, ਅਸੀਂ ਤਾਂ ਜਿਹੜੀ ਉਹ ਪਲਾਂਟ ਜੇ ਐਕਵਾਇਰ ਕਰਨੇ ਹੈ, ਅਸੀਂ ਉਹਦੀ ਬਣਦੀ ਕੀਮਤ ਜੋ ਅਸੀਂ ਤੈਅ ਕਰਾਂਗੇ ਉਹਦੇ ਹਿਸਾਬ ਨਾਲ ਉਹਨਾਂ ਨੂੰ ਅਦਾ ਕਰਕੇ ਤੇ ਆਪਾਂ ਜੇ ਖਰੀਦ ਲਈਏ ਤੇ ਸਟੇਟ ਨੂੰ ਇਹਦਾ ਬਹੁਤ ਵੱਡਾ ਆਉਣ ਵਾਲੇ ਸਮੇਂ 'ਚ ਫਾਇਦਾ ਹੋਏਗਾ, ਜਿਹੜਾ ਕਿ ਸਾਨੂੰ ਚੱਕਣਾ ਚਾਹੀਦਾ, ਲੈਣਾ ਚਾਹੀਦਾ ਜ਼ਰੂਰ। ਤੇ ਉਹ ਇੰਨਾ ਪੈਸਾ ਹੈਗਾ ਸਰਕਾਰ ਕੋਲ ਜਿਹੜੇ ਪ੍ਰਾਈਵੇਟ ਥਰਮਲ ਪਲਾਂਟਸ ਖਰੀਦਣ ਲਈ? ਤੁਸੀਂ ਦੇਖੋ, ਇੱਕ ਤਾਂ ਇਹ ਹੈ ਵੀ ਇਹ 'ਚ ਮੈਂ ਕਹਿਣਾ ਚਾਹੁੰਦਾ ਕਿ ਜੇ ਅਸੀਂ ਇਹ ਨੀਤੀ 'ਚ ਸੁਧਾਰ ਨਹੀਂ ਕੀਤਾ ਤੇ ਸਿਚੁਏਸ਼ਨ ਐਸੀ ਰਹੇਗੀ, ਹੋ ਸਕਦਾ ਇਹ ਤੋਂ ਜ਼ਿਆਦਾ ਖਰਾਬ ਹੋ ਜਾਏ। ਸੋ ਪਹਿਲੀ ਗੱਲ ਤਾਂ ਇਹ ਹੈ ਵੀ ਪ੍ਰਿੰਸੀਪਲੀ ਸਾਨੂੰ ਇੱਕ ਪ੍ਰਿੰਸੀਪਲ ਡਿਸੀਜਨ ਲੈਣੀ ਚਾਹੀਦੀ ਹੈ ਕਿ ਅਸੀਂ ਸਟੇਟ ਸੈਕਟਰ 'ਚ ਪਲਾਂਟ ਲਾਣੇ ਆ। ਹੁਣ ਉਹਨੂੰ ਕਰਨ ਲਈ ਆਪਾਂ ਕਿਸ ਤਰ੍ਹਾਂ ਕਰੀਏ? ਦੇਖੋ, ਆਪਾਂ ਬਠਿੰਡਾ ਜਿਹੜਾ ਥਰਮਲ ਪਲਾਂਟ ਹੈ ਉਹ ਬੰਦ ਕੀਤਾ ਤੇ ਸਟੇਟ ਸੈਕਟਰ 'ਚੋਂ ਜਨਰੇਸ਼ਨ ਕੱਢ ਲਈ, ਤੇ ਉਹਦਾ ਕੋਈ ਰਿਵਾਈਵਲ ਵੀ ਤਾਂ ਹੋਣਾ ਚਾਹੀਦਾ, ਠੀਕ ਹੈ ਜੀ। ਤੇ ਉਹ ਜਿਹੜੀ ਪਲਾਂਟ ਜਿਹੜੀ ਉਹ ਜ਼ਮੀਨ ਹੈ, ਮਸ਼ੀਨਰੀ ਹੈ, ਉਹਦੀ ਮਾਰਕੀਟ ਵੈਲਿਊ 10,000 8,000 ਕਰੋੜ ਰੁਪਈਆ ਇੰਨੀ ਹੁੰਦੀ ਹੈ। ਉਹਦੇ ਨਾਲ ਤਾਂ 2 ਪਲਾਂਟ ਸਾਡੇ ਖਰੀਦੇ ਜਾ ਸਕਦੇ ਨੇ। ਰੋਪੜ ਪਲਾਂਟ ਦੇ ਵੀ 2 ਯੂਨਿਟ ਬੰਦ ਹੋਏ। ਸੋ ਇਸ ਪਾਸੇ ਜਦੋਂ ਤੁਰੇ ਸਰਕਾਰ ਤੇ ਇਹਦੇ ਵਿੱਚ ਪ੍ਰੋਪਰ ਪਲੈਨਿੰਗ ਕਰਕੇ ਪੂਰਾ ਇੱਕ ਵਿਊ ਬਣੇ
ਤਾਂ ਮੈਂ ਨਹੀਂ ਸਮਝਦਾ ਵੀ ਫਾਈਨੈਂਸਿਸ ਜਿਹੜਾ ਰੋੜਾ ਬਣਨਗੇ ਜੀ। ਭੁਪਿੰਦਰ ਜੀ, ਇੱਕ ਸਵਾਲ ਇਹ ਹੈ ਕਿ ਜਿਹੜਾ ਪਿਛਲੀ ਸਰਕਾਰ ਵੇਲੇ ਜਿਹੜੇ ਪਾਵਰ ਪਰਚੇਜ਼ ਐਗਰੀਮੈਂਟਸ ਹੋਏ ਸੀਗੇ ਉਸ ਨੂੰ ਹਟਾਉਣ ਲਈ ਜਿਹੜਾ ਇਹ ਸਰਕਾਰ ਬੜੀ ਦੇਰ ਤੋਂ ਵਜਿਦ ਹੈਗੀ ਹੈ ਤੇ ਕਈ ਵਾਰ ਜਿਹੜਾ ਰਾਜਨੀਤੀ ਵੀ ਹੋਈ ਹੈ ਇਸ ਮੁੱਦੇ ਤੇ ਕਿ ਜਿਹੜੇ ਪੀਪੀਏਜ਼ ਹੋਏ ਉਹਨਾਂ ਨੂੰ ਰੱਦ ਕੀਤਾ ਜਾਣਾ ਚਾਹੀਦਾ। ਕੀ ਪੀਪੀਏਜ਼ ਰੱਦ ਕਰਕੇ ਕੋਈ ਉਹਦਾ ਹੱਲ ਨਿਕਲ ਸਕਦਾ ਹੈ ਤੇ ਪੀਪੀਏਜ਼ ਰੱਦ ਕੀਤੇ ਜਾ ਸਕਦੇ? ਇਹ ਵੱਡਾ ਸਵਾਲ ਹੈ। ਦੇਖੋ, ਇਸ ਬਾਰੇ ਨਾ ਅੱਜ ਪ੍ਰੈਸ ਕਾਨਫਰੰਸ ਵਿੱਚ ਜਿਹੜਾ ਅਸੀਂ ਆਪਾਂ ਜ਼ਿਕਰ ਕੀਤਾ ਕਿ ਫੋਰਮ ਨੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਚਿੱਠੀ ਵੀ ਲਿਖੀ। ਆ ਜਿਹੜੇ ਤੁਹਾਡੇ ਸਵਾਲ ਦੇ ਜਵਾਬ ਉਸ ਚਿੱਠੀ 'ਚ ਹੈਗੇ ਨੇ ਕਿ ਜੋ ਐਗਰੀਮੈਂਟ ਹੋਏ ਉਹ ਇੱਕ ਬਕਾਇਦਾ ਅਪਰੂਵਡ ਵਿਧੀ ਨਾਲ ਹੋਏ, ਠੀਕ ਹੈ ਜੀ। ਤੇ ਰੈਗੂਲੇਟਰੀ ਕਮਿਸ਼ਨ ਨੇ ਉਹਨਾਂ ਨੂੰ ਅਪਰੂਵ ਕੀਤਾ। ਉਸ ਟਾਈਮ ਉਹਦੇ ਪਬਲਿਕ ਕਮੈਂਟਸ ਜਾਂ ਸਾਰਾ ਕੁਝ ਲਏ ਗਏ ਹੈ ਨਾ, ਪੂਰਾ ਉਹ ਉਹਨਾਂ ਨੇ ਉੱਤੇ ਕਨਸਟੀਟਿਊਸ਼ਨਲ ਇੱਕ ਅਥਾਰਟੀ ਹੈ, ਉਹਨੇ ਪੂਰੀ ਉੱਤੇ ਮਤਲਬ ਅਪਰੂਵ ਕੀਤਾ ਹੋਇਆ। ਤੇ ਅਸੀਂ ਉਹ 6-7 ਸਾਲ ਤੋਂ ਉਹਨਾਂ ਤੋਂ ਬਿਜਲੀ ਵੀ ਲੈ ਰਹੇ ਹਾਂ, ਕਦੇ ਪ੍ਰੋਬਲਮ ਨਹੀਂ ਆਈ, ਠੀਕ ਹੈ ਜੀ। ਹੁਣ 7ਵੇਂ ਸਾਲ ਅਸੀਂ ਕਹੀਏ ਜੀ ਸਾਨੂੰ ਤਾਂ ਐਗਰੀਮੈਂਟ 'ਚ ਹੀ ਨੁਕਸ ਹੈ, ਉਹ ਇਟਸੈਲਫ ਇੱਕ ਨਾ ਬੜਾ ਖੋਖਲਾ ਇੱਕ ਲੌਜਿਕ ਲੱਗਦਾ। ਇੱਕ ਤਾਂ ਸਿਰਫ ਤੁਸੀਂ ਮੰਨਦੇ ਹੋ ਕਿ ਪੋਲੀਟੀਕਲ ਗੇਮ ਹੈਗੀ ਕਿ ਬਸ ਉਹ ਕੀ ਅਕਾਲੀ ਸਰਕਾਰ ਵੇਲੇ ਪੀਪੀਐਸ ਹੋਏ ਸੀ ਤਾਂ ਉਸ ਨੂੰ ਰੱਦ ਕਰਨਾ ਤੇ ਕਾਂਗਰਸ ਸਰਕਾਰ ਨੇ ਇਹ ਸੋਚ ਲਿਆ ਤੇ ਇਸ ਲਈ ਬਸ ਉਹ ਪੀਪੀਐਸ ਰੱਦ ਕਰਨੇ ਆ, ਸਿਰਫ ਇਹ ਤੁਸੀਂ ਮੰਨਦੇ ਹੋ? ਮੈਂ ਕਹਿ ਰਿਹਾ, ਆਪਾਂ ਪਹਿਲੇ ਵੀ ਜ਼ਿਕਰ ਕੀਤਾ ਕਿ ਮੈਂ ਸਿਆਸਤ ਦੇ ਬਾਰੇ ਮੈਂ ਨਹੀਂ ਬੋਲਦਾ, ਮੈਂ ਤਾਂ ਪ੍ਰੋਫੈਸ਼ਨਲ ਗੱਲ ਕਰਦਾ ਕਿ ਕੁਝ ਪ੍ਰੋਫੈਸ਼ਨਲ ਰਾਏ ਵੀ ਇਹੋ ਜਿਹੀ ਦਿੱਤੀ ਗਈ ਕਿ ਕਰਾਰਾਂ 'ਚ ਨੁਕਸ ਰੱਦ ਹੋ ਸਕਦੇ ਆ। ਸਾਡਾ ਫੋਰਮ ਇਸ ਲਈ ਬਣਿਆ ਕਿ ਅਸੀਂ ਸਹੀ ਗੱਲ ਪਬਲਿਕ ਨੂੰ ਤੇ ਸਰਕਾਰ ਨੂੰ ਦੱਸਣਾ ਚਾਹੁੰਦੇ ਆ ਕਿ ਜਿਹੜੇ ਕਰਾਰ ਹੈ ਉਹ 'ਚ ਨੁਕਸ ਨਹੀਂ ਹੈ, ਨਾ ਰੱਦ ਹੋ ਸਕਦੇ ਆ। ਜੇ ਰੱਦ ਕੀਤੇ ਵੀ ਗਏ ਤੇ ਇਹ ਬਿਜਲੀ ਕਿੱਥੋਂ ਆਏਗੀ ਤੇ ਬਿਜਲੀ ਮਹਿੰਗੀ ਹੋਏਗੀ, ਜਿਹੜੀ ਅਸੀਂ ਗੱਲ ਇਹ 5-6 ਸਾਲ ਤੋਂ ਕਹਿ ਰਹੇ ਹਾਂ। ਦੇਖੋ, ਇਹਦਾ ਹੁਣ ਨਾ ਸਾਨੂੰ ਜੀਂਦਾ ਜਾਗਦਾ ਜਿਹੜਾ ਸਾਡੇ ਸਾਹਮਣੇ ਸਬੂਤ ਹੈ ਕਿ ਤਲਵੰਡੀ ਸਾਬੋ ਦੀ 1 ਯੂਨਿਟ ਬੰਦ ਹੋਈ ਤੇ ਕਿੰਨੇ ਪਾਵਰ ਕੱਟ ਲੱਗੇ ਗਰਮੀਆਂ 'ਚ। ਹੁਣ ਕੋਲੇ ਦੀ ਘਾਟ ਕਾਰਨ ਜਨਰੇਸ਼ਨ ਘਟ ਗਈ, ਕਿੰਨੇ ਕੱਟ ਲੱਗੇ। ਤੇ ਬਿਜਲੀ ਜਿਹੜੀ ਅਰੇਂਜ ਕੀਤੀ ਅਸੀਂ ਕਿ ਸਸਤੀ ਬਿਜਲੀ ਅਰੇਂਜ ਕੀਤੀ ਤਾਂ ਮਹਿੰਗੀ ਹੋ ਗਈ। ਸੋ ਇੱਕ ਤਾਂ ਜੇ ਇਹ ਕਰਾਰ ਰੱਦ ਕੀਤੇ ਗਏ ਤਾਂ ਇੱਕ ਤਾਂ ਪਾਵਰ ਕੱਟ ਵਧਣਗੇ ਤੇ ਦੂਜੀ ਬਿਜਲੀ ਸਸਤੀ ਜਗ੍ਹਾ ਮਹਿੰਗੀ ਹੋਏਗੀ, ਜਿਹੜੇ ਕਿ ਦੋਨੋਂ ਸਾਡੇ ਉਦੇਸ਼ ਨਹੀਂ ਹੈ। ਸਾਡਾ ਏਮ ਹੈ ਕਿ ਬਿਜਲੀ ਸਸਤੀ ਹੋਵੇ ਤੇ ਪੂਰੀ ਬਿਜਲੀ ਮਿਲੇ ਲੋਕਾਂ ਨੂੰ। ਉਹ ਜਿਹੜੇ ਹੈ ਉਹਦਾ ਕਾਰਨ ਹੈ ਕਿ ਇਹ ਪ੍ਰਾਈਵੇਟ 'ਚ ਕਿਉਂ ਲਾਏ, ਇਹਨਾਂ ਨੂੰ ਸਟੇਟ ਸੈਕਟਰ 'ਚ ਲਈਏ, ਤਾਂ ਹੀ ਸਾਡੇ ਜਿਹੜੇ ਆ ਦੋਨੋਂ ਜਿਹੜੇ ਸਾਡੇ ਏਮ ਹੈ ਉਹ ਪੂਰੇ ਹੋ ਸਕਦੇ ਜੀ। ਭੁਪਿੰਦਰ ਜੀ, ਮੇਰਾ ਆਖਰੀ ਸਵਾਲ, ਇਹ ਜਿਹੜਾ ਕੋਲ ਦਾ ਸੰਕਟ ਪਿਆ ਹੈ, ਕਿਹਾ ਜਾ ਰਿਹਾ ਹੈ ਕਿ ਅਕੋਰਡਿੰਗ ਟੂ ਰੂਲ ਕਿ ਕੋਲ ਕੰਪਨੀਆਂ ਨੂੰ ਆਪਣੇ ਕੋਲ 25 ਦਿਨ ਦਾ ਘੱਟੋ ਘੱਟ ਸਟਾਕ ਰੱਖਣਾ ਬੇहद ਜ਼ਰੂਰੀ ਹੈ। ਇਹ ਕਿਉਂ ਨਹੀਂ ਰੱਖਿਆ ਗਿਆ? ਸਰਕਾਰ ਨੂੰ ਪਤਾ ਨਹੀਂ ਸੀਗਾ ਕਿ ਇੱਕਦਮ ਹੁਣ ਕਿਹਾ ਗਿਆ ਕਿ ਹੁਣ 2 ਦਿਨ ਜਾਂ 3 ਦਿਨ ਦਾ ਸਿਰਫ ਕੋਲਾ ਬਚਿਆ। ਇੰਨਾ ਵੱਡਾ ਸੰਕਟ ਕਿਵੇਂ ਪੈਦਾ ਹੋ ਗਿਆ ਕਿ 25 ਦਿਨ ਦਾ ਜਿਹੜਾ ਐਗਰੀਮੈਂਟ ਹੁੰਦਾ ਕਿ ਉਸ ਚੀਜ਼ ਨੂੰ ਦੇਖਿਆ ਨਹੀਂ ਗਿਆ ਸਰਕਾਰ ਵੱਲੋਂ? ਮੈਂ ਇਹਦੇ ਬਾਰੇ ਇਹ ਕਹਿਣਾ ਚਾਹਾਂਗਾ ਕਿ ਪੰਜਾਬ ਵਿੱਚ ਪਿਛਲੇ ਦਹਾਕਿਆਂ 'ਚ ਇੱਕ ਨਾ ਆਪਣੇ ਜ਼ਿੰਮੇਵਾਰੀ ਤੋਂ ਭੱਜਣ ਦਾ ਨਾ ਇੱਕ ਦੌਰ ਚੱਲਿਆ। ਦੇਖੋ, ਪੰਜਾਬ ਵਿੱਚ ਡਿਸਟ੍ਰੀਬਿਊਸ਼ਨ ਲਾਇਸੈਂਸੀ PSPCL ਹੈ। ਲੋਕਾਂ ਨੂੰ ਬਿਜਲੀ ਦੇਣੀ ਇਲੈਕਟ੍ਰਿਸਿਟੀ ਐਕਟ ਦੇ ਮੁਤਾਬਿਕ ਜ਼ਿੰਮੇਵਾਰੀ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੀ ਹੈ, ਪਰ ਉਹਦੇ ਕੋਲ ਬਿਜਲੀ ਹੈ ਹੀ ਨਹੀਂ ਆਪਣੀ, ਉਹਨੂੰ ਬਿਜਲੀ ਦੂਜਿਆਂ ਤੇ ਲੈ ਕੇ ਦੇਣੀ ਪੈਂਦੀ ਹੈ। ਤੇ ਜੇ ਇਹੀ ਮੈਂ ਗੱਲ ਕਹਿ ਰਿਹਾ ਕਿ ਜਦੋਂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਲਿਮਟਿਡ ਦੇ ਸਰਕਾਰੀ ਪਲਾਂਟ ਚੱਲਦੇ ਸੀਗੇ, ਉਹਨਾਂ ਨੇ ਕਦੇ ਇਹੋ ਜਿਹੀ ਨੌਬਤ ਨਹੀਂ ਆਈ ਵੀ ਕੋਲਾ ਘਟ ਗਿਆ ਜਾਂ ਜੀ ਹੋਰ ਕਿਸੇ ਕਾਰਨ ਸਟੇਟ ਨੂੰ ਐਡੀ ਵੱਡੀ ਦਿੱਕਤ 'ਚ ਪਾਇਆ। ਇਹ ਸਾਰੇ ਨਿੱਜੀਕਰਨ ਦਾ ਜਿਹੜਾ ਹੋਇਆ, ਉਹਨਾਂ ਨੇ ਆਪਣੀ ਕਾਸਟ ਕਟਿੰਗ ਕਰਨ ਲਈ ਜੋ ਨੋਰਮ ਸੀਗੇ ਸੈਂਟਰਲ ਇਲੈਕਟ੍ਰਿਸਿਟੀ ਅਥਾਰਟੀ ਦੇ ਨਹੀਂ ਪੂਰੇ ਕੀਤੇ। 25 ਦਿਨ ਦਾ ਕੋਲਾ ਰੱਖਣਾ ਚਾਹੀਦਾ ਸੀ, ਨਹੀਂ ਕੀਤਾ। ਸੋ ਕਿਉਂਕਿ ਉਹਨਾਂ ਦੀ ਜਵਾਬਦੇਹੀ ਨਹੀਂ ਹੈ, ਜਵਾਬਦੇਹੀ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੀ ਹੈ। ਤੇ PSPCL ਸੋਚੇ ਜਦ ਮੈਂ ਬਿਜਲੀ ਦੇਣੀ ਹੈ ਕੋਈ ਆਪਣੀ ਉਤਪਾਦਨ ਤਾਂ ਮੈਂ ਰੱਖਾਂ। ਇਹੀ ਪਾਲਿਸੀ ਜਿਹੜੀ ਕਰੈਕਸ਼ਨ ਹੈ ਇਹਦੇ ਬਾਰੇ ਅਸੀਂ ਦਲੀਲ ਦੇ ਰਹੇ ਹਾਂ ਜੀ। ਬਹੁਤ ਬਹੁਤ ਸ਼ੁਕਰੀਆ ਜੀ, ਥੈਂਕ ਯੂ ਜੀ, ਥੈਂਕ ਯੂ। ਸੋ ਇਹ ਸੀਗੇ ਭੁਪਿੰਦਰ ਸਿੰਘ ਜਿਹੜੇ ਕਿ PSPCL ਦੇ ਜਿਹੜੇ ਸਾਬਕਾ ਜਿਹੜੇ ਇੰਜੀਨੀਅਰ ਹੈਗੇ ਤੇ ਜਿਹੜਾ ਇੱਕ ਪਾਵਰ ਸੈਕਟਰ ਰਿਫਾਰਮਸ ਫੋਰਮ ਵੀ ਇਹਨਾਂ ਵੱਲੋਂ ਤਿਆਰ ਕੀਤਾ ਗਿਆ ਉਸ ਦੇ ਕਨਵੀਨਰ ਹੈਗੇ। ਤੇ ਸਾਫ਼ ਕਿਹਾ ਹੈ ਕਿ ਪ੍ਰਾਈਵੇਟ ਸੈਕਟਰ ਜਿਹੜਾ ਬਿਜਲੀ ਸੰਕਟ ਦਾ ਸਭ ਤੋਂ ਵੱਡਾ ਕਾਰਨ ਹੈਗਾ। ਤੇ ਜਿਹੜਾ ਤਲਵੰਡੀ ਸਾਬੋ ਦੇ ਵਿੱਚ ਜਿਹੜਾ ਬਿਜਲੀ ਪਲਾਂਟ ਬੰਦ ਕੀਤਾ ਗਿਆ ਹੈ, ਜਿਹੜਾ PPAs ਰੱਦ ਕਰਨ ਦੀ ਜਿਹੜੀ ਮੰਗ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ, ਇਸ 'ਤੇ ਰਾਜਨੀਤੀ ਹੋ ਰਹੀ ਹੈ, ਉਹ ਨਹੀਂ ਹੋਣੀ ਚਾਹੀਦੀ। ਅਗਰ PPAs ਰੱਦ ਕਰ ਦਿੱਤੇ ਗਏ, ਜਿਹੜੀ ਬਿਜਲੀ ਹੁਣੇ ਪੰਜਾਬ ਦੇ ਲੋਕਾਂ ਨੂੰ ਮਹਿੰਗੀ ਮਿਲ ਰਹੀ ਹੈ ਉਸ ਤੋਂ ਵੀ ਡਬਲ ਰੇਟ ਦੇ ਉੱਤੇ ਪੰਜਾਬ ਦੇ ਲੋਕਾਂ ਨੂੰ ਮਿਲੇਗੀ। ਹਾਲਾਂਕਿ ਇਹ ਜਿਹੜਾ ਸਾਰਾ ਮੁੱਦਾ ਇਸ 'ਤੇ ਸਿਰਫ ਰਾਜਨੀਤੀ ਹੋ ਰਹੀ ਹੈ, ਰਾਜਨੀਤੀ ਨਹੀਂ ਹੋਣੀ ਚਾਹੀਦੀ। ਖਾਸ ਤੌਰ 'ਤੇ ਜਿਹੜਾ ਬਿਜਲੀ ਸੰਕਟ ਤੋਂ ਅਗਰ ਉਭਾਰਨਾ ਤਾਂ ਇਸ ਤਰ੍ਹਾਂ ਦੇ ਰਿਫਾਰਮਸ ਪੰਜਾਬ ਸਰਕਾਰ ਨੂੰ PSPCL ਨੂੰ ਲਿਆਉਣੇ ਬੇहद ਜ਼ਰੂਰੀ ਹੈ।
ਚੰਡੀਗੜ੍ਹ ਤੋਂ ਕੈਮਰਾਮੈਨ ਪ੍ਰਵੀਨ ਪਾਂਡੇ ਦੇ ਨਾਲ ਅੰਕੁਸ਼ ਮਹਾਜਨ, ਦੈਨਿਕ ਸਵੇਰਾ ਟੀਵੀ। ਅਲੀਸ਼ਾ ਬੇਗਮ ਇੱਕ ਔਰਤ ਦਾ ਦੁੱਖ ਇੱਕ ਔਰਤ ਹੀ ਸਮਝ ਸਕਦੀ ਹੈ। ਰੂਹਾਨੀ ਅਤੇ ਕਾਲੀ ਸ਼ਕਤੀਆਂ ਦੀ ਮਾਲਕਨ, ਦੁਨੀਆ ਦਾ ਸਭ ਤੋਂ ਚਮਤਕਾਰੀ ਇਲਮ ਮੇਰੇ ਕੋਲ ਹੈ। ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ। ਕਾਲਾ ਇਲਮ ਕਰਨਾ ਅਤੇ ਤੋੜਨਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ। ਪਰੇਸ਼ਾਨੀ ਜਿਵੇਂ ਲਵ ਮੈਰਿਜ, ਪਤੀ ਪਤਨੀ 'ਚ ਝਗੜਾ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਤਲਾਕ ਕੇਸ, ਬੁਰੇ ਸੁਪਨੇ, ਵਿਦੇਸ਼ ਯਾਤਰਾ, ਬੁਰੀ ਸੰਗਤ ਜਾਂ ਨਸ਼ਾ ਛੁਡਾਉਣਾ, ਬਿਮਾਰੀ 'ਚ ਦਵਾ ਨਾ ਲੱਗਣਾ। ਵਸ਼ੀਕਰਨ ਇੱਕ ਸੱਚਾਈ ਹੈ। ਵਸ਼ੀਕਰਨ ਕਰਵਾਓ, ਮਨ ਚਾਹਾ ਪਿਆਰ ਪਾਓ। ਕੀ ਤੁਹਾਡੀ ਕਿਸਮਤ 'ਚ ਲੋਟਰੀ ਦਾ ਯੋਗ ਹੈ ਜਾਂ ਨਹੀਂ? ਸੱਚਾਈ ਜਾਣੋ। ਲੋਟਰੀ ਨੰਬਰ ਪਾਓ, ਭਾਵੇਂ 649 ਹੋਵੇ ਜਾਂ ਲੋਟੋ ਮੈਕਸ। 11 ਘੰਟੇ 'ਚ ਕਰਵਾਓ ਹਰ ਪਰੇਸ਼ਾਨੀ ਦਾ ਹੱਲ ਘਰ ਬੈਠੇ। ਅਸ਼ਟਾਮ ਪੇਪਰ ਤੇ ਲਿਖ ਕੇ ਲਵੋ ਕੰਮ ਦੀ ਗਾਰੰਟੀ। ਜਾਂ ਕਹਿਣੇ ਤੋਂ ਬਾਹਰ ਹੈ, ਤੁਰੰਤ ਸੰਪਰਕ ਕਰੋ। ਤੁਹਾਡੀ ਹਰ ਗੱਲ ਗੁਪਤ ਰੱਖੀ ਜਾਵੇਗੀ। ਅਲੀਸ਼ਾ ਬੇਗਮ। वर्ल्ड फेमस बाबा सलीम खान 21 बार गोल्ड मेडलिस्ट। सारियां थावां तो निराश अते मायूस होने वाले एक बार फोन जरूर करो, जिवें चाहोगे उवें होएगा। इट्स माई प्रॉमिस, इमीडिएटली रिजल्ट, ओपन चैलेंज। इल्मां दे माहिर A to Z समस्यावां दा फोन ते घर बैठे करवाओ हल। वशीकरण अते मुठ करनी, लव मैरिज, सौतन अते दुश्मन तो छुटकारा, पक्का काम पक्का हल, 101% दी गारंटी, अष्टाम पेपर समेत। सब तो पहला काम करन दा वादा, नौकरी, प्रमोशन, कारोबार च परेशानी, घर च झगड़ा, कोर्ट केस, तलाक, प्रॉपर्टी झगड़ा, पति पत्नी च अनबन, जादू टोना, मनमोहनी वशीकरण करवाओ जां तोड़वाओ, रुस्से नूं मनाउणा। हुणे कॉल करो बाबा सलीम खान 98 199 37 467। जो कौम इतिहास नूं संभाल के रखदी है, ਉਹ ਕੌਮ ਅਣਖ ਨਾਲ ਜਿਉਂਦੀ ਹੈ। ਨੌਜਵਾਨੀ ਦੇ ਵਿੱਚ ਕ੍ਰਾਂਤੀ ਹੁੰਦੀ ਹੈ। ਭਗਤ ਸਿੰਘ ਨੂੰ ਦੇਖਣਾ ਪਏਗਾ, ਨੌਜਵਾਨਾਂ ਨੂੰ ਉਹਦੀ ਸੋਚ ਨੂੰ ਦੇਖਣਾ ਪਏਗਾ। ਕ੍ਰਾਂਤੀ ਲਿਆਉਣੀ ਪਏਗੀ ਦੇਸ਼ ਦੇ ਵਿੱਚ। ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਯਾਦ ਰੱਖਾਂਗੇ ਤਾਂ ਹੀ ਬਣੇਗਾ ਉਹਨਾਂ ਦੇ ਸੁਪਨਿਆਂ ਦਾ ਦੇਸ਼। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਸੋਚ ਪੰਜਾਬ ਅਤੇ ਪੰਜਾਬ ਦੇ ਲੋਕਾਂ ਦੇ ਉਜਵਲ ਭਵਿੱਖ ਨੂੰ ਸਮਰਪਿਤ ਹੈ। ਪੰਜਾਬ ਦੀ ਸਰਕਾਰ, ਲੋਕਾਂ ਦੀ ਸਰਕਾਰ।